हेलो स्टूडेंट्स, किवें हो तुसी सारे। आई होप तुसी 2.1 और ਉਹਦੇ ਬੇਸਿਕ ਕਨਸੈਪਟ ਦਾ ਲੈਕਚਰ ਜ਼ਰੂਰ ਵੇਖ ਲਿਆ ਹੋਵੇਗਾ। ਅੱਜ ਆਪਾਂ ਨੈਕਸਟ 2.2 ਕਰਨ ਜਾ ਰਹੇ ਹਾਂ ਔਰ ਕੁਝ ਖਾਸ ਟੌਪਿਕ ਪੜਾਂਗੇ ਜਿਵੇਂ ਕਿ ਜ਼ੀਰੋਜ਼ ਆਫ ਅ ਪੋਲੀਨੋਮੀਅਲ, ਪੋਲੀਨੋਮੀਅਲਸ ਦੇ ਸੋਲੂਸ਼ਨਸ ਕਿਵੇਂ ਕਰਨੇ ਨੇ। ठीक है, सो लेट्स मूव ऑन। मैं हाँ सरबजीत तूर फ्रॉम द क्वेस्ट फॉर मैथ्स। इसी चैनल पर तुसी मैथ्स की एक्सक्लूसिव नॉलेज ले सकते हो फ्रॉम स्कूल टू कॉलेज एंड कॉम्पिटिशन्स। अगर तुसी हजे तक चैनल को सब्सक्राइब नहीं किया है तो सारे प्लेटफॉर्म पर अवेलेबल है। चैनल को सब्सक्राइब कर लो और अगर वीडियो पसंद आ रहे हैं तो लाइक द बटन जरूर दबाओ। सो जीरोज ऑफ अ पॉलीनोमियल यानी कि बहुपद या सिफरा ਇਹ ਕੀ ਹੁੰਦਾ ਹੈ। ਬਹੁਪਦ ਬਾਰੇ ਆਪਾਂ ਪੜ੍ਹ ਚੁੱਕੇ ਹਾਂ ਤਾਂ ਸਿਫਰਾ ਦਾ ਮਤਲਬ ਜ਼ੀਰੋ ਦਾ ਮਤਲਬ ਕਿ ਜ਼ੀਰੋ, ਜਿਵੇਂ ਤੁਸੀਂ ਸੰਖਿਆ ਬਾਰੇ ਜਾਣਦੇ ਹੋ, ਪਰ ਬਹੁਪਦ ਦੀ ਸਿਫਰ ਕਿਹਨੂੰ ਕਹਾਂਗੇ ਆਪਾਂ ਐਗਜ਼ਾਮਪਲ ਨਾਲ ਸਮਝਦੇ ਹਾਂ। ਦੇਖੋ ਆ ਮੇਰੇ ਕੋਲ ਇੱਕ ਬਹੁਪਦ ਦੇ ਰੱਖਿਆ ਹੈ ਜਿਹੜਾ ਕਿ x ਵੇਰੀਏਬਲ ਦੇ ਵਿੱਚ ਹੈ ਔਰ ਇਹਦੇ ਵਿੱਚ x ਦੀ ਥਾਂ ਤੇ ਅਗਰ ਆਪਾਂ 1 ਭਰ ਦਈਏ ਤਾਂ ਮੇਰੇ ਕੋਲ ਕੀ ਆਨਸਰ ਆਉਂਦਾ ਹੈ। ਦੇਖੋ 5 1 ਦੀ ਪਾਵਰ 3 ਆ ਗਈ -2 1 ਦੀ ਪਾਵਰ ਇੱਥੇ 2 ਆ ਗਈ +3 ਮਲਟੀਪਲਾਈਡ ਬਾਈ 1 -2 ਸੋ 5 -2 +3 -2 ਆ ਗਿਆ ਹੈ। 8 ਵਿੱਚੋਂ 4 ਗਏ ਤਾਂ ਕਿੰਨਾ ਆ ਗਿਆ 4। ਠੀਕ ਹੈ, ਇੱਥੇ p1 ਦੀ ਵੈਲਿਊ 4 ਆ ਗਈ। ਹੁਣ ਨੈਕਸਟ ਚੱਲਦੇ ਆਪਾਂ। ਚਲੋ ਆਪਾਂ ਐਂ ਕਰਦੇ ਹਾਂ, p ਦੀ ਵੈਲਿਊ ਆਪਾਂ x ਦੀ ਵੈਲਿਊ ਹੁਣ 0 ਪਰ ਭਰਦੇ ਹਾਂ ਤਾਂ 5 ਨੂੰ 0 ਨਾਲ ਮਲਟੀਪਲਾਈ ਕੀਤਾ, ਸਾਰਾ ਸੋਲਵ ਕਰਕੇ ਕਿੰਨਾ ਆ ਗਿਆ ਮੇਰੇ ਕੋਲ -2 ਆਨਸਰ ਆ ਗਿਆ। सो आप ये कह सकते हैं कि p0 का आंसर कितना है -2 या वैल्यू ऑफ p x at 0 is -2। ठीक है, सो की आप -1 भी फाइंड आउट कर सकते हैं। चलो आप फाइंड आउट करके देख लेते हैं। p -1 कटिए तो p -1 लिखिया और 5 -1 की पावर पाती 3 -2 -1 की पावर पाती 2 +3 मल्टीप्लाइड बाय -1 और माइनस की आ गया आगे 2। सो सॉल्व किया -5 ਤੁਸੀਂ ਦੇਖ ਸਕਦੇ ਹੋ ਕਿ -1 ਨੂੰ 3 ਵਾਰੀ ਮਲਟੀਪਲਾਈ ਕਰਾਂਗੇ ਤਾਂ ਆਨਸਰ ਕਿੰਨਾ ਆਊਗਾ -1 ਹੀ ਆਊਗਾ। ਸੋ ਇਹ -5 ਬਣ ਗਿਆ, ਲੇਕਿਨ -1 ਨੂੰ 2 ਨਾਲ ਮਲਟੀਪਲਾਈ ਕਰੋਗੇ ਤਾਂ +1 ਬਣ ਜਾਏਗਾ। ਸੋ ਇਹ -2 ਹੀ ਰਹਿ ਜਾਏਗਾ और ਇੱਥੇ 3 ਮਲਟੀਪਲਾਈ ਬਾਈ -1 -3 ਇਹ ਆ ਗਿਆ -2। ਸਾਰੇ ਨੰਬਰ ਮਾਈਨਸ ਦੇ ਬਣ ਗਏ ਨੇ। 5 * 7 10 10 * 12 ਇਹ ਕੀ ਹੋ ਗਿਆ -12। सो p -1 ਦੀ ਵੈਲਿਊ ਆ ਗਈ -12। ਪਰ ਇੱਥੇ ਐਗਜ਼ਾਮਪਲਸ ਦੇ ਰੱਖੇ ਨੇ, ਵੈਲਿਊ ਫਾਈਂਡ ਆਊਟ ਕਰਨੀ ਹੈ ਪੋਲੀਨੋਮੀਅਲਸ ਦੀ ਜਿਹੜੇ ਵੀ ਵੇਰੀਏਬਲ ਦੇ ਰੱਖਿਆ ਉਸ ਪੁਆਇੰਟ ਦੇ ਉੱਪਰ। ਠੀਕ ਹੈ, ਸੋ ਇੱਕ ਦੋ ਮੈਂ ਤੁਹਾਨੂੰ ਐਗਜ਼ਾਮਪਲਸ ਕਰਵਾ ਦੂੰਗੀ ਇਹਦੇ ਬੇਸ ਪਰ ਆਪਣੀ ਕਿਉਂਕਿ ਐਕਸਰਸਾਈਜ਼ ਚੱਲਣੀ ਹੈ। ਲੈਟ ਅਸ ਸੀ। ਓਕੇ, ਆਪਾਂ ਇਹਨੂੰ ਚੱਕਦੇ ਹਾਂ y = 2। ਸੋ q ਇੱਥੇ ਪਾ ਲਿਆ 2, जिथे भी ਤੁਹਾਨੂੰ y नजर आ रहा है बेटा उथे तुसी 2 पुट करना है। ठीक, आ 3 और ब्रैकेट पा लो 2 पावर क्यूब -4 मल्टीप्लाइड बाय 2 प्लस √11 ता 2 पावर 3 कितना होता है 8 8 3 जा 24 -8 प्लस √11। सो ये कितना आ जाएगा मेरे को 16 प्लस √11। ठीक है, ये मेरे को आंसर आ गया। सो वैल्यू ऑफ q एट y = 2 is 16 plus √11। आप आगे देखते हैं सॉल्व भी कितना होएगा। आ गया 16 plus √11। ठीक है, चलो ऐसे तरीके ਨਾਲ ਤੁਸੀਂ ਬਾਕੀ ਵੀ ਫਾਈਂਡ ਆਊਟ ਕਰਕੇ ਦੇਖ ਸਕਦੇ ਹੋ। ਵੱਖਰੀਆਂ ਵੱਖਰੀਆਂ ਵੈਲਿਊ ਆ ਰਹੀਆਂ ਨੇ। ਹੁਣ ਗੱਲ ਇਹ ਹੈ, ਅਗਰ ਮੈਂ ਪੋਲੀਨੋਮੀਅਲ ਲੈ ਲਵਾਂ px = x - 1, ਇਹ ਪੋਲੀਨੋਮੀਅਲ ਲੈ ਲਿਆ, ਇਹ ਬਹੁਪਦ ਲੈ ਲਿਆ और ਹੁਣ ਇੱਥੇ p ਦੀ ਵੈਲਿਊ x ਦੀ ਵੈਲਿਊ ਆਪਾਂ 1 ਪੁੱਟ ਕਰਤੀ ਤਾਂ ਕਿੰਨਾ ਆ ਜਾਏਗਾ -1 = 0। ਕਹਿਣ ਦਾ ਮਤਲਬ ਹੈ ਕਿ ਜਿਹੜੇ ਬਹੁਪਦ ਦੇ ਵਿੱਚ ਆਪਾਂ ਵੇਰੀਏਬਲ ਦੀ ਵੈਲਿਊ ਪੁੱਟ ਕਰੀ ਜਾ ਰਹੇ ਹਾਂ, ਕਿਤੇ ਨਾ ਕਿਤੇ ਤਾਂ ਕਿਸੇ ਨਾ ਕਿਸੇ ਪੁਆਇੰਟ ਪਰ ਤਾਂ ਵੇਰੀਏਬਲ ਦੇ ਉਹ ਪੂਰਾ ਜਿਹੜਾ ਆਨਸਰ ਨਿਕਲ ਕੇ ਆਉਂਦਾ ਉਹ 0 ਹੋ ਸਕਦਾ ਹੈ। ਉਹ ਵੈਲਿਊ x ਦੀ ਜਿਹਦੇ ਪਰ ਬਹੁਪਦ ਦਾ ਆਨਸਰ 0 ਬਣ ਜਾਂਦਾ ਹੈ, ਉਸ x ਦੀ ਵੈਲਿਊ ਨੂੰ ਆਪਾਂ ਬਹੁਪਦ ਦਾ ਕੀ ਕਹਿੰਦੇ ਆ, ਸਿਫਰ ਕਹਿੰਦੇ ਆ। That value of x at which the polynomial becomes 0, value of the polynomial becomes 0 is called the zero of the polynomial। For example, px ਦੀ ਵੈਲਿਊ ਜਦੋਂ ਮੈਂ 1 ਤੇ ਫਾਈਂਡ ਆਊਟ ਕੀਤੀ ਤਾਂ ਆਨਸਰ ਕਿੰਨਾ ਆ ਗਿਆ 0। ਇਹਦਾ ਮਤਲਬ x = 1 is 0 of polynomial px = x - 1।
ठीक है, ए पॉइंट क्लियर हो गया। ਹੁਣ ਦੇਖੋ ਜੇ ਆਪਾਂ x ਨੂੰ 2 ਪੁੱਟ ਕਰ ਦਈਏ, ਇੱਥੇ 2 ਰੱਖ ਦਈਏ ਤਾਂ 2 1 ਇਹ ਤਾਂ 1 ਹੀ ਆਏਗਾ ਹੈ ਨਾ। ਤਾਂ 2 ਜਿਹੜਾ ਹੈ ਉਹ px ਦਾ 0 ਜਾਂ 0 ਨਹੀਂ ਹੈ। ਇਹ ਗੱਲ ਕਲੀਅਰ ਹੋ ਗਿਆ ਆਪਾਂ ਨੂੰ। ਓਕੇ, ਇੱਕ ਚੀਜ਼ ਹੋਰ ਹੈ ਬੇਟਾ, a non-zero constant polynomial has no zero। ਉਹ ਕਹਿ ਰਿਹਾ ਕਿ ਇੱਕ ਕਾਂਸਟੈਂਟ ਪੋਲੀਨੋਮੀਅਲ ਆਪਣੇ ਕੋਲ, ਕਾਂਸਟੈਂਟ ਪੋਲੀਨੋਮੀਅਲ ਮੈਂ ਤੁਹਾਨੂੰ ਫਸਟ ਲੈਕਚਰ ਵਿੱਚ ਦੱਸਿਆ ਸੀਗਾ, ਜਿਹਦੇ ਵਿੱਚ ਸਿਰਫ ਅੰਕ ਦੇ ਰੱਖਿਆ ਹੋਵੇ, ਜਿਵੇਂ ਕਿ 5। ਇਹ ਵੀ ਪੋਲੀਨੋਮੀਅਲ ਹੈ, ਕਿਉਂ? ਇਹਦੇ ਨਾਲ x ਦੀ ਪਾਵਰ 0 ਪਾ ਦੋ, ਇਹ 0 ਡਿਗਰੀ ਦਾ ਪੋਲੀਨੋਮੀਅਲ ਹੈ, ਠੀਕ ਹੈ, ਇਹਨੂੰ ਮੈਂ ਐਵੇਂ ਲਿਖ ਸਕਦੀ ਹਾਂ। ਆ ਇੱਕ ਕਾਂਸਟੈਂਟ ਪੋਲੀਨੋਮੀਅਲ ਹੈ, ਇਹਦੇ ਵਿੱਚ ਅਸਲ ਵਿੱਚ x ਸੀਗਾ ਹੀ ਨਹੀਂ, ਠੀਕ। ਇਹਦੇ ਵਿੱਚ x ਹੈ ਹੀ ਨਹੀਂ, ਤਾਂ ਇਹਦੀ ਕੋਈ ਵੀ 0 ਨਹੀਂ ਹੋਏਗੀ, ਇਹਦੀ ਕੋਈ ਵੀ ਸਿਫਰ ਨਹੀਂ ਹੋਏਗੀ, ਕਿਉਂਕਿ ਇਹ ਪੋਲੀਨੋਮੀਅਲ ਕਦੇ ਵੀ 0 ਨਹੀਂ ਹੋਏਗਾ। ਹੁਣ ਜੇ ਮੈਂ ਇਸ ਪੋਲੀਨੋਮੀਅਲ ਨੂੰ ਹੀ 0 ਲੈ ਲਵਾਂ, ਯਾਨੀ ਕਿ px ਨੂੰ ਮੈਂ ਕੀ ਲਿਆ 0 x ਪਾਵਰ 0, ਯਾਨੀ ਕਿ 0 ਪੋਲੀਨੋਮੀਅਲ ਲੈ ਲਿਆ ਮੈਂ, 0 ਪੋਲੀਨੋਮੀਅਲ। ਹੁਣ 0 ਪੋਲੀਨੋਮੀਅਲ ਇੱਥੇ ਹੈ, ਆ x ਦੀ ਪਾਵਰ ਮੈਂ 0 ਲਈ ਹੋਈ ਹੈ, ਇੱਥੇ x ਦਾ ਮੁੱਲ ਜਿਹੜਾ ਮਰਜ਼ੀ ਭਰ ਦੋ, ਆਨਸਰ ਕਿੰਨਾ ਆਣਾ ਇਸ ਪੋਲੀਨੋਮੀਅਲ ਦਾ? ਹਮੇਸ਼ਾ 0 ਹੀ ਆਏਗਾ। ਇਹਦਾ ਮਤਲਬ every real number is a zero of the zero polynomial। ਕੋਈ ਵੀ ਵਾਸਤਵਿਕ ਸੰਖਿਆ ਲੈ ਲਓ, ਜਿਹੜੀ ਵੀ ਤੁਹਾਨੂੰ ਸੰਖਿਆਵਾਂ ਪਤਾ ਨੇ, ਭਾਵੇਂ ਪਲੱਸ ਚ ਭਾਵੇਂ ਮਾਈਨਸ ਦੇ ਵਿੱਚ, ਚਾਹੇ ਅਪੋਨ ਦੇ ਵਿੱਚ, ਫ੍ਰੈਕਸ਼ਨ ਵਿੱਚ ਹੋਣ, ਤਾਂ ਉਹ 0 ਪੋਲੀਨੋਮੀਅਲ ਯਾਨੀ ਕਿ ਸਿਫਰ ਬਹੁਪਦ ਦਾ ਸਿਫਰ ਹਮੇਸ਼ਾ ਹੋਣਗੀਆਂ ਹੀ ਹੋਣਗੀਆਂ, ਕਿਉਂਕਿ ਉਹ ਖੁਦ ਹੀ 0 ਹੈ, ਜਿਹੜਾ ਮਰਜ਼ੀ ਵੈਲਿਊ ਭਰੀ ਜਾਓ x ਪਾਵਰ ਲੈ ਕੇ ਨਾ। ਸੋ ਇਹ ਆਪਾਂ ਨੂੰ ਦੋ ਚੀਜ਼ਾਂ ਪਤਾ ਲੱਗੀਆਂ, ਆਪਾਂ ਬੇਟਾ ਕਾਪੀ ਦੇ ਵਿੱਚ ਜ਼ਰੂਰ ਨੋਟ ਕਰਨੀਆਂ ਨੇ। ਅੱਗੇ ਆਪਾਂ ਕੁਐਸਚਨ ਤੇ ਚੱਲਦੇ ਹਾਂ। ਕੁਐਸਚਨ ਦੋ ਤਰੀਕੇ ਨਾਲ ਆਉਣਗੇ। ਪਹਿਲਾਂ ਤਾਂ ਆਊਗਾ ਐਵੇਂ ਦਾ ਕਿ ਚੈੱਕ ਕਰੋ ਕਿ ਦਿੱਤਾ ਹੋਈ ਜਿਹੜੀ ਸੰਖਿਆ ਹੈਗੀ ਹੈ ਉਹ ਦਿੱਤੇ ਹੋਏ ਬਹੁਪਦ ਦਾ 0 ਜਾਂ ਸਿਫਰ ਹੈ ਕਿ ਨਹੀਂ ਹੈ। ਦੂਸਰਾ ਕੁਐਸਚਨ ਹੋਊਗਾ ਪੋਲੀਨੋਮੀਅਲ ਤੁਹਾਨੂੰ ਦੇ ਰੱਖਿਆ, ਉਹਦਾ ਸਿਫਰ ਫਾਈਂਡ ਆਊਟ ਕਰੋ। ਇਹ ਦੋ ਤਰੀਕੇ ਦੇ ਕੁਐਸਚਨ ਬਣਦੇ ਨੇ। ਸੋ ਆਪਾਂ ਐਗਜ਼ਾਮਪਲ ਨੰਬਰ 5 ਦੇਖਦੇ ਹਾਂ ਬੇਟਾ। ਵੈਰੀਫਾਈ whether 2 and 0 are zeros of the polynomial x square minus 2x। ਦਿੱਤਾ ਹੈ ਬਹੁਪਦ x square minus 2x, ਔਰ ਆਪਾਂ ਪਤਾ ਕਰਨਾ ਹੈ, ਚੈੱਕ ਕਰਨਾ ਹੈ ਕਿ 2 and 0 ਕਿਆ ਇਹਦੀਆਂ ਸਿਫਰਾਂ ਹਨ। ਹੁਣ ਚੈੱਕ ਕਰਨ ਦਾ ਤਰੀਕਾ ਕੀ ਹੈ? ਆਪਾਂ ਮੁੱਲ ਭਰਾਂਗੇ। ਜੇ ਆਨਸਰ 0 ਆ ਜਾਂਦਾ ਹੈ ਤਾਂ ਸਿਫਰਾਂ ਹਨ, ਜੇ ਆਨਸਰ 0 ਨਹੀਂ ਆਉਂਦਾ ਤਾਂ ਸਿਫਰਾਂ ਨਹੀਂ ਹਨ। ਵੈਰੀ ਸਿੰਪਲ। ਹੁਣ ਤੁਹਾਨੂੰ ਬੇਟਾ ਮੁੱਲ ਭਰਨਾ ਆਉਣਾ ਚਾਹੀਦਾ, ਠੀਕ ਹੈ। ਤੁਸੀਂ ਨਾਲ, ਅਗਰ ਤੁਹਾਨੂੰ ਥੋੜੀ ਜਿਹੀ ਕਲੈਰਿਟੀ ਨਹੀਂ ਹੈ ਤਾਂ ਨਾਲ ਜਿਵੇਂ ਕੁਐਸਚਨਸ ਹੋ ਰਹੇ ਨੇ ਉਹਦੀ ਪ੍ਰੈਕਟਿਸ ਕਰੋ, ਮੁੱਲ ਭਰਨਾ ਵੀ ਆ ਜਾਏਗਾ। ਇਸ ਚੈਪਟਰ ਦੇ ਵਿੱਚ, ਪੂਰੇ ਚੈਪਟਰ ਦੇ ਵਿੱਚ ਇਹੀ ਚੀਜ਼ ਬਾਰ-ਬਾਰ ਯੂਜ਼ ਹੋਣੀ ਹੈ, ਜਾਂ ਮੁੱਲ ਭਰੋ ਜਾਂ ਮੁੱਲ ਪਤਾ ਕਰੋ। ਓਕੇ, ਸੋ px ਮੇਰੇ ਕੋਲ x square minus 2x ਦੇ ਬਰਾਬਰ ਦੇ ਰੱਖਿਆ ਹੈ। ਜਦੋਂ ਮੈਂ x ਨੂੰ 2 ਭਰਾਂਗੀ, ਹੁਣ ਇੱਥੇ 2 ਭਰਿਆ 2 ਪਾਵਰ 2 ਆ ਗਿਆ, minus 2 multiplied by 2 ਆ ਗਿਆ, ਤਾਂ 4 minus 4 ਕਿੰਨਾ ਆ ਗਿਆ? ਮੇਰੇ ਕੋਲ ਆਨਸਰ 0। ਇਹਦਾ ਮਤਲਬ 2 ਤਾਂ ਇੱਕ ਇਸ ਬਹੁਪਦ ਦੀ ਸਿਫਰ ਹੈ। ਓਕੇ, ਜੇ ਮੈਂ x ਨੂੰ 0 ਭਰ ਦਵਾਂ, 0 minus 0 ਇਹ ਵੀ 0 ਹੈ, ਤਾਂ 0 ਵੀ ਇੱਕ ਸਿਫਰ ਹੈ। ਸੋ ਇੱਕ ਇਹੋ ਜਿਹਾ ਬਹੁਪਦ ਹੈ ਜਿਹਦੇ ਦੋ ਸਿਫਰਾਂ ਨਿਕਲ ਆਈਆਂ, ਠੀਕ, ਔਰ ਉਹਦੇ ਵਿੱਚ ਇੱਕ ਆਨਸਰ ਖੁਦ 0 ਵੀ ਸੀ। ਕਲੀਅਰ ਹੈ? ਇਹਦੀ ਡਿਗਰੀ ਕਿੰਨੀ ਸੀ? ਨੋਟ ਕਰੋ, 2 ਡਿਗਰੀ ਸੀ। ਜੇ 2 ਡਿਗਰੀ ਤਾਂ 2 ਸਿਫਰਾਂ, 3 ਡਿਗਰੀ ਤਾਂ 3 ਸਿਫਰਾਂ, ਐਂਡ ਸੋ ਔਨ। ਔਰ ਜੇ ਲੀਨੀਅਰ ਰੇਖੀ ਪੋਲੀਨੋਮੀਅਲ ਹੈ ਤਾਂ ਸਿਰਫ ਇੱਕ ਸਿਫਰ ਹੀ ਨਿਕਲੂਗੀ। ਸੋ ਜਿਹੜੀ ਹੁਣ ਤੱਕ ਆਪਾਂ ਡਿਸਕਸ਼ਨ ਕੀਤੀ ਹੈ ਉਹਦਾ ਸਾਰ ਕੀ ਨਿਕਲਦਾ ਹੈ? ਪਹਿਲੀ ਗੱਲ, a zero of a polynomial need not be 0। ਕਿਸੇ ਵੀ ਬਹੁਪਦ ਦਾ ਸਿਫਰ ਕੋਈ ਜ਼ਰੂਰੀ ਨਹੀਂ ਕਿ ਸਿਫਰ ਹੀ ਹੋਣਾ ਚਾਹੀਦਾ ਹੈ, ਠੀਕ ਹੈ। ਉਹ ਨਾਨ ਜ਼ੀਰੋ ਵੀ ਹੋ ਸਕਦਾ, ਜਿਵੇਂ ਕਿ x ਬਰਾਬਰ 2 ਵੀ ਇੱਕ ਉਹਦਾ ਸਿਫਰ ਨਿਕਲਿਆ ਹੋਵੇ। ਤਾਂ ਸਿਫਰ ਦਾ ਮਤਲਬ ਕੀ ਹੈ? ਪੁੱਟ ਕਰਨੇ ਪਰ ਆਨਸਰ ਸਿਫਰ ਆਣਾ ਚਾਹੀਦਾ ਹੈ। ਕਲੀਅਰ? ਨੰਬਰ 2, 0 may be a zero of a polynomial। ਕਿਸੇ ਬਹੁਪਦ ਦਾ ਸਿਫਰ 0 ਵੀ ਹੋ ਸਕਦਾ ਹੈ। ਇਸ ਐਗਜ਼ਾਮਪਲ 'ਚ ਆਪਾਂ ਇਹ ਚੀਜ਼ ਦੇਖ ਲਿਆ। ਨੰਬਰ 3, every linear polynomial has one and only one zero। ਕੋਈ ਵੀ ਰੇਖੀ ਬਹੁਪਦ ਹੈ ਤਾਂ ਉਹਦਾ ਇੱਕ ਹੀ ਸਿਫਰ ਹੋਏਗਾ। क्यूबिक है 3 सिफर हो गया, क्वाड्रेटिक है था 2 सिफर। डिग्री पर डिपेंड करेगा ਉਹਦੇ रूट्स कितने निकलेंगे। नंबर 4, a polynomial can have more than one zero। of course ਜਿੰਨੇ ਡਿਗਰੀ ਉਹਨੇ ਜ਼ੀਰੋਸ, ਤਾਂ ਇੱਕ ਬਹੁਪਦ ਦੇ ਸਿਫਰ ਵੱਧ ਵੀ ਹੋ ਸਕਦੇ ਹਨ, ਠੀਕ ਹੈ। ਸੋ ਇਹ ਸਾਰੇ ਚੀਜ਼ ਦੇ ਬੇਸ ਪਰ ਹੁਣ ਆਪਾਂ ਐਕਸਰਸਾਈਜ਼ ਸ਼ੁਰੂ ਕਰਦੇ ਹਾਂ। ਬਹੁਤ ਹੀ ਈਜ਼ੀ ਕੁਐਸਚਨਸ ਨੇ ਬੇਟਾ। ਗੇਮ ਸਾਰੀ ਇਹ ਹੈ ਕਿ ਤੁਹਾਨੂੰ ਵੈਲਿਊ ਪੁੱਟ ਕਰਨੀ ਆਣੀ ਚਾਹੀਦੀ ਹੈ, ਨਾਲ ਕਰੋਗੇ ਤਾਂ ਸਿੱਖ ਵੀ ਜਾਓਗੇ। पहला क्वेश्चन देखते हैं, फाइंड द वैल्यू ऑफ द पॉलीनोमियल 5x 4x² 3 एट 0 पर, -1 पर ਤੇ 2 पर। देखो बेटा 0 पर वैल्यू फाइंड आउट करनी बहुत ही आसान है, ਨਾਲ ਸਿੱਖੀ ਜਾਓ ਤੁਸੀਂ। ਆਪਾਂ ਇਹਨੂੰ px ਮੰਨ ਲੈਂਦੇ ਹਾਂ, ਠੀਕ ਹੈ, इज इक्वल्स टू 5x 4x²
प्लस 3 p पहला बहुपद आ लो, ठीक है। फिर जिथे x है उत्थे वो वैल्यू लिखो जो तुसी भरना चाहते हो। 5 नाल ब्रैकेट लगा लो 0 -4 ब्रैकेट लगा लो 0 दा स्क्वायर प्लस 3। आ जी टर्म है ये भी खत्म होगी, ये भी खत्म होगी, क्यों 0 नाल मल्टीप्लाई हो रही है तो आ तो इत्थे है ही नहीं, तो आंसर कितना आ जाएगा सिर्फ मेरे को 3। आ वाला आंसर बच गया, ठीक है। तो 3 आंसर आ गया, सिर्फ आपा वैल्यू भी फाइंड आउट करनी सीगी, मुल ही पता करना सी। हुण आ गया -1 -1 दे लिए एक चीज बेटा याद रखो, -1 दी पावर अगर ऑड है तो आंसर -1 नहीं आना है, -1 दी पावर अगर इवन है जिस्त संख्या है तो आंसर कितना आएगा 1। तो ए अगर टांक है तो -1 और जिस्त है तो +1। लो जी ये गल क्लियर होगी। हुण इत्थे आपां नूं यूज करना है। ये सी मेरा फर्स्ट पार्ट क्वेश्चन दा और ये हुण आ गया अपने कोल सेकंड पार्ट। पॉलीनोमियल आपां उतार लिया 5px 5x - 4x² + 3। चलो जी -1 पुट कर दी 5 ब्रैकेट लगाओ भाई, -1 नु किते भजदा ना होवे, ये गल याद रखो तुसी। -1² + 3 = हुण कितना आ गया -1 आ ता फिर +1 ही बन गया, क्लियर है, ठीक है। सो ये -4 ही रह जाएगा +3, क्लियर। सो दिस इज आ दो जुड़ जाएंगे तो -9 + 3 कितना आ गया -6। बेटा सारा अलजेब्रा इत्थे थोड़ा पॉलीनोमियल्स विच क्लियर हो गया, रिवीजन हो रही है, बार-बार कर लो क्वेश्चंस, पुराने कांसेप्ट सारे थोड़े रिवाइज हो जाएंगे। नेक्स्ट चलते हैं x = 2 दे विच दी वैल्यू कितनी है, थर्ड पार्ट कर रहे हैं। ओके दोबारा लिख लो क्वेश्चन नो, क्वेश्चन हर बार लिखो बेटा, मैथ्स नु जिन्ना तुसी करोगे उतना ही आएगा, मैथ्स देखने नाल नहीं आंदा, मैथ्स करने नाल आंदा। 5 इथे 2 पा लिया, 4 2 दी पावर 2 पा ली, प्लस कितना पा लिया 3, आंसर कितना आ गया थे 10 माइनस 2 दी पावर 2 4 4 4 दा 16 और ये आ गया मेरे को 3। 10 और 3 जोड़न के 13 13 विचों कितना गया -16 16 ਵੱਡਾ ਤਾਂ आंसर कितना आएगा -3। किसी भी पॉइंट पर आंसर 0 नहीं आया, तेना तीन विचों कोई भी इस पॉलीनोमियल दी सिफर नहीं सी, ठीक है। चाहे क्वेश्चन पूछा नहीं हुआ पर तुसी गल याद रखो क्योंकि आगे क्वेश्चंस आने ही आने ने। सो मैं थोड़े लिए बेटा क्वेश्चंस लिखते ने, वैल्यूज भरियां ने, आंसर्स नहीं फाइंड आउट कीते हैंगे। पहला अपने को पॉलीनोमियल दे रखा है py y² - y + 1 0 1 2 तीनों वैल्यू भरनी। पॉलीनोमियल उतार लिया आपा, जिथे इथे y है 0 भरो, आ भी 0 आ गया, आ भी 0 आ गया, आ ता समझो अपने को हो गई खत्म। तो आंसर कितना आ गया मेरे को 1 आ गया। जदों 1 भरया ता 1² - 1 + 1 ਇਹਦੇ ਵਿੱਚ 1 और 1 कैंसिल हो गया, आंसर फिर कितना आ गया 1। ਹੁਣ 1 ਦੀ ਪਾਵਰ 2 ਨੂੰ 2 ਨਾ ਲਿਖ ਦਿਓ, 1 ਮਲਟੀਪਲਾਈਡ ਬਾय 1 ਹੈ, ਉਹ 1 ਹੀ ਰਹੇਗਾ ਚਾਹੇ 1000 बार मल्टीप्लाई ਹੋਏ। ओके नेक्स्ट जी 2 पर आएंगे, 2 पावर 2 -2 + 1 -2 + 1 कितना बन जाएगा बेटा -1 और 2 पावर 2 आ गई 4, तो आंसर मेरे को कितना आ गया 3। सेकंड पार्ट वाल चलते हैं। क्वेश्चन उतार लिया टी दे विच, जिथे जिथे बेटा टी है उथे तुसी ਇਹਨੂੰ 0 कर सकते हो, 0 भर के देखने की भी लोड़ नहीं, सीधा आंसर 2 बना लो, ठीक है। मैं तुहानू समझाने लिए सिर्फ इत्थे 0 फिल किया कि इत्थे भी 0 आ गया, इत्थे भी 0, इत्थे भी 0, बट असल दे विच ये सारा की हो गया खत्म। आंसर कितना आ गया मेरे को सिर्फ 2। नेक्स्ट 1 पर ये 2 + 1 + 2 1 पावर 2 - 1 पावर 3, ठीक है। सो इत्थे की आंसर बन गया मेरे को, आ बन गया 3, आ कितना आ गया सिर्फ 2 और ये कितना -1, तो 5 - 1 कितना आ गया मेरे को आंसर 4। जो 2 फिल करांगे 2 + 2 - 2 2 पावर 2 - 2 पावर क्यूब, ठीक है। इनु कहां पर सॉल्व कर लेंगे हैं। सो ये आ गया 2 + 2 + 2 2 4 4 2 8 - 2 पावर 3 8 8 और 8 कैंसिल, आंसर कितना आ गया 4। ਇਹਦੇ ਵਿੱਚ ਵੀ देख लो कितने भी अपने को 0 आंसर नहीं आया और 1 और 2 ਦੇ ਉੱਪਰ आंसर सेम है, P1 और P2 आंसर सेम आ रहा है। चलो नेक्स्ट क्वेश्चन वाल चलते हैं ਆਪਾਂ 3। बहुत ही सौखा है बेटा, थर्ड पार्ट तो है ही बड़ा इजी। सी आप px³ है ना, तब p नु जो 0 पर आएगा आंसर कितना आ जाएगा 0, p नु 1 पर आएगा तब 1³ आंसर आ गया 1, p नु 2 पर आएगा तो आंसर कितना आ गया 2³ दैट इज 2 × 2 × 2 आंसर आ गया मेरे को 8। इधर देखो आ भी बड़ा ही सौखा क्वेश्चन है। 0 0 - 1 0 + 1
0 माइनस 1 माइनस 1, 0 प्लस 1 1, आंसर कितना आ गया मेरे को माइनस 1। P1 पर आ गए तब 1 माइनस 1 और 1 प्लस 1, ए कितना हो गया मेरे को 0, 0 ਨੂੰ 2 ਨਾਲ ਮਲਟੀਪਲਾਈ ਕਰਾਂਗੇ ਆਨਸਰ ਕਿੰਨਾ ਆਏਗਾ 0, यानी कि P1 ਇਹਦਾ ਇੱਕ रूट है, ਇਹਦਾ ਇੱਕ ਸਿਫਰ है, ਇਹ ਵੀ ਪਤਾ ਲੱਗ ਗਿਆ। 2 ਪੁੱਟ ਕਰੋ, P2 ਪੁੱਟ ਕਰਾਂਗੇ ਤਾਂ 2 minus 1 2 plus 1 तब 1 multiplied by 3 आंसर कितना आ गया, लो जी 3 आंसर आ गया। नेक्स्ट क्वेश्चन की है बेटा, क्वेश्चन वही है, सिर्फ कान ਨੂੰ ਇੱਧਰ ਨੂੰ ਘੁਮਾ ਕੇ ਫੜਿਆ ਹੋਇਆ ਹੈ, ਕੰਮ ਉਹੀ ਕਰਨਾ ਸਾਰੇ ਐਕਸਰਸਾਈਜ਼ ਦੇ। वेरीफाई whether the following are zeros of the polynomial indicated against them, ਕਹਿੰਦਾ ਪਤਾ ਕਰੋ, ਜਾਂਚ ਕਰੋ ਕਿ ਜਿਹੜੇ ਨੰਬਰ ਲਿਖੇ ਹੋਏ ਨੇ -1/3 4/5 and so on, ਇਹ ਦਿੱਤੇ ਹੋਏ ਬਹੁਪਦ ਦੇ ਜ਼ੀਰੋਜ਼ ਹੈ ਕਿ ਨਹੀਂ, ਸਿਫਰਾਂ ਹਨ ਕਿ ਨਹੀਂ। ਤਾਂ ਕੰਮ ਤਾਂ ਉਹੀ ਕਰਨਾ ਹੈ, ਮੁੱਲ ਭਰ ਕੇ ਦੇਖਣਾ ਪੈਣਾ। ਜੇ ਆंसर 0 ਆ ਗਿਆ ਤਾਂ ਯੈਸ, ਨਹੀਂ ਆਇਆ ਤਾਂ नो। ਸੋ सेम वर्क वैल्यू पुट करो और चेक करो, ठीक। सो ਆਪਾਂ ਚੱਲਦੇ ਹਾਂ ਇਹਦੇ फर्स्ट पार्ट ਦੀ ਵੱਲ। ਉਹ ਸਿਰਫ ਆਪਾਂ ਇੱਥੇ ਵੈਲਿਊ ਪੁੱਟ ਕਰਨੇ, ਫਿਰ ਦੇਖਦੇ ਕੀ ਆਨਸਰ ਆਉਂਦਾ ਹੈ। p ਨੂੰ -1/3 ਪੁੱਟ ਕਰੋ। 3x ਦਾ ਮਲਟੀਪਲਾਈ ਕੀ ਹੈ ਬੇਟਾ, 3 ਦਾ x ਦਾ ਮਤਲਬ ਕੀ ਹੈ 3 ਮਲਟੀਪਲਾਈਡ ਬਾਈ x, ਤਾਂ 3 ਗੁਣਾ -1/3। x तक पहुंच गए, आगे निशान की है प्लस दा, आगे निशान आगे नंबर की है 1, ठीक है। सो 3 मल्टीप्लाइड बाय -1/3, आगे निशान की सीगा प्लस दा, प्लस पा लिया, आगे 1 सी 1 पा लिया, जिथे x सी बस उत्थे मूल पा दिया। कंफ्यूज नहीं होना है, हर बच्चा इतना काम कर सकता है। ओके, आगे देखो कोई सॉल्व होता है, बिल्कुल हो रहा है। 3 और 3 कैंसिल, एक मल्टीप्लिकेशन एक डिवीजन है, कैंसिल हो गए। आंसर कितना है मेरे को -1 बच गया, इधर क्या आ गया 1, ये 1, आंसर कितना आ गया मेरे को 0। सो इधर 0 आ गया। सो की लिखांगे कि दिती हुई संख्या x बराबर -1/3 इज 0 of the polynomial px, px ਦਾ सिफर है। सो काम ਤਾਂ ਕੋਈ ਕੀਤਾ, बस yes no ਪਾਈ ਜਾਣਾ ਨਾਲ। ओके, चलो ਅੱਗੇ ਚੱਲਦੇ ਆਪਾਂ सेकंड पार्ट ਦੇ ਵੱਲ। सेकंड पार्ट ਕੀ ਕਹਿੰਦਾ ਹੈ, px 5x - π ਦੇ ਬਰਾਬਰ ਹੈ, x 4/5 ਦੇ ਬਰਾਬਰ ਹੈ। ਤਾਂ ਆਂਸਰ ਆਪਾਂ ਇੱਥੇ ਪੁੱਟ ਕਰ ਲਈਏ, 5 गुणा 4/5। ਇੱਥੇ ਤੱਕ ਪਹੁੰਚ ਗਏ। ਅੱਗੇ ਕੀ ਹੈ ਮਾਈਨਸ, ਅੱਗੇ ਕੀ ਹੈ ਪਾਈ, ਪਾਈ ਨੂੰ ਆਈ ਲਿਖਿਆ ਰਹਿਣ। ਆ ਕਿੰਨਾ ਆ ਗਿਆ ਮੇਰੇ ਕੋਲ 4 - ਪਾਈ। ਹੁਣ ਇਹ ਕਿਸੇ ਵੀ ਤਰੀਕੇ ਨਾਲ 0 ਤਾਂ ਹੈ ਨਹੀਂ, not equal to 0 ਹੈ। ਸੋ ਆਪਣਾ ਆंसर ਕੀ ਆ ਗਿਆ, नो, इट इज नॉट द 0 ऑफ द पॉलीनोमियल। ਅੱਗੇ ਚੱਲਦੇ ਹਾਂ थर्ड पार्ट ਦੀ ਵੱਲ। थर्ड पार्ट सॉल्व करा ਦਿੰਦੇ ਹਾਂ ਤੁਹਾਨੂੰ। और x ਦੇ ਦੋ ਮੁੱਲ ਦੇ ਰੱਖੇ ਨੇ, ਇੱਕ ਵੀ ਹੈ और एक -1 भी है। ਤਾਂ ਆਪਾਂ ਚੈੱਕ ਕਰਦੇ ਹਾਂ ਵੀ ਕਿੱਥੇ 0 ਬੋਲਦਾ ਹੈ। p ਨੂੰ 1 ਪੁੱਟ ਕੀਤਾ, 1 स्क्वायर -1, आंसर कितना आ गया 1 - 1, 0 आ गया। लो जी ਇੱਥੇ 0 आ गया। -1 ਪੁੱਟ ਕਰਾਂਗੇ, -1 ਦੀ ਪਾਵਰ ਸਕੁਆਇਰ -1, -1 ਦੀ ਈਵਨ ਪਾਵਰ ਹੈ ਤਾਂ ਕਿੰਨਾ ਹੋਗਾ 1 ਹੀ ਆ ਜਾਏਗਾ। 1 - 1 0। लो जी ਤਾਂ ਦੋਨੋਂ ਥਾਂ ਤੇ 0 ਆ ਗਿਆ। ਤਾਂ ਇਹਦਾ ਮਤਲਬ ਇਹਦੇ ਕਿੰਨੇ ਜ਼ੀਰੋਜ਼ ਨੇ, 2 ਨੇ। ਨਿਕਲਣਾ ਤਾਂ 2 ਹੀ ਸੀਗੇ ਵੈਸੇ, ਕਿਉਂਕਿ x ਦੀ ਪਾਵਰ 2 ਦੇ ਰੱਖੀ ਹੈ, ਬਟ ਉਹ ਦੋਨੋਂ ਹੀ ਆਪਾਂ ਨੂੰ ਗਿਵਨ ਸੀਗੇ। ਸੋ x is equals to 1 and -1 both are zeros of polynomial px। दोनों ही px के सिफरा ਹਨ। बेटा जब मैं इंग्लिश लिख रही तो पंजाबी बोल रही है, जब मैं पंजाबी लिखांगी तो इंग्लिश बोल देंगे। सो बोथ लैंग्वेज विच अपना सिलेबस कवर हो रहा है, ਤੁਸੀਂ ਉਸੇ ਤਰੀਕੇ ਨਾਲ ਨੋਟ ਕਰ ਲੈਣਾ। ਮੈਥਸ ਨੂੰ ਦੇਖਣਾ ਨਹੀਂ ਹੈਗਾ, ਮੈਥਸ ਨੂੰ ਨਾਲ ਨਾਲ ਨੋਟ ਕਰਨਾ ਹੈ, ਫਿਰ ਤੁਹਾਨੂੰ ਸਮਝ ਪਏਗਾ, ਫਿਰ ਖਾਣੇ ਗੱਲ ਪਏਗੀ। ਹੁਣ ਮੈਂ ਦੱਸਦੀ ਹੈਗਾ ਫਿਰ ਨਾ, ਕਿਉਂਕਿ ਮੈਡਮ ਨੇ ਦੱਸਿਆ ਨਹੀਂ ਸੀ। ओके, चलो आगे चलते हैं। नेक्स्ट आ गया मेरे को क्वेश्चन 4th पार्ट। बड़ा ही सौखा है, सॉल्व करने की भी लोड़ नहीं पैनी ज्यादा, बड़ा ही सौखा है। ਇੱਥੇ ਇਹਦਾ ਕੰਮ ਖਤਮ ਕਰ ਲੈਂਦੇ ਆਪਾਂ। p ਨੂੰ ਕੀ ਦੇ ਰੱਖਿਆ ਹੈ, p ਨੂੰ ਪਹਿਲਾਂ ਪੁੱਟ ਕਰੋ, ਕਹਿੰਦਾ -1। लो जी कर ਲੈਂਦੇ ਆ, ब्रैकेट लगाई, x ਸੀਗਾ -1, आगे की है बोलो सारे प्लस, आगे की है 1 है, ब्रैकेट कर दो बंद, फिर ब्रैकेट ला ली, फिर 1 आ गया, फिर -1 आ गया, ओ सॉरी -1, फिर आ गया माइनस, फिर आ गया, क्या आ गया 2। सो आ बिल्कुल गेम बन गई। -1 + 1 कितना हो गया, बहुत बड़ा एग, 0 बन गया। और अगे जो मर्जी होवे, आंसर की आ गया मेरे को 0। सो -1 ਤਾਂ ਇੱਕ ਸਿਫਰ ਹੈ ਹੀ ਹੈ, ठीक है। नेक्स्ट भी चेक कर लेंगे ਆਪਾਂ। 2 पुट कर लो, p ਨੂੰ 2 पुट कर लो,
ठीक है। 2 + 1 आगे फिर 2 कितना -2 आ की बन गया बहुत बड़ा 0। सो आंसर ਇੱਥੇ ਵੀ ਕੀ ਬਣ ਜਾਏਗਾ 0 ਬਣ ਜਾਏਗਾ। 0 ਨੂੰ ਇਹਦੇ ਨਾਲ ਮਲਟੀਪਲਾਈ ਕਰਾਂਗੇ ਆंसर 0 है। सो बोथ आर zeros ऑफ द गिवन पॉलीनोमियल। क्लियर है। चलो नेक्स्ट चलते हैं फिफ्थ पार्ट पर। फिफ्थ पार्ट बहुत ही इजी है बच्चे। px x² ਦੇ ਬਰਾਬਰ ਦੇ ਕਿਉਂਕਿ x ਹੀ 0 ਦੇਤੀ ਬਈ x 0 ਹੀ ਦੇਤੀ। सो p 0 बराबर 0 ਦੀ ਪਾਵਰ 2 लगा लो 0 ਦੀ ਪਾਵਰ ਕਰੋੜ लगा लो तो आंसर कितना रहना है 0 ही रहना है। बड़ा 0 कर लो चाहे छोटा 0 कर लो है वो 0 ही। सो ए तो अपना 0 हैगा ਇਹਦਾ भी आंसर ਕੀ आ गया यस। चलिए आगे चलते हैं। px lx + m और x की पावर -m/l अपन को कोई संख्या नहीं दे रखी ठीक है। एक न्यूमेरिकल संख्या नहीं दे रखी अल्फाबेटिकली टर्म्स ਦੇ ਵਿੱਚ आंसर दे रखा है लेकिन आप अभी पुट कर देना आप क्या टलने वाले हैं l मल्टीप्लाइड बाय -m/l + m। घबराने की लोड़ नहीं हैगी। l और l हो गए कैंसिल आंसर की बच गया -m + m। लो बनता 0 ही गया खुदा बाहर निकला चूहा ठीक। सो इसका भी आंसर क्या आ गया यस इट इज द 0 ऑफ द पॉलीनोमियल। रह गया 7th ਤੇ 8th पार्ट। वो आप इत्थे बोर्ड खोल के कर लेंगे थोड़ा जा समझाने के लिए थानू ठीक है। 7th पार्ट लिख लिए। px बेटा हमेशा रकम ਨੂੰ बहुत ही सहजता ਨਾਲ ਉਤਾਰੋ। मैं अपने खुद ਦੇ ਪੇਪਰਾਂ ਦੇ ਵਿੱਚ ਕਈ ਵਾਰੀ ਨੰਬਰ ਕਟਵਾ ਲੈਂਦੀ ਸੀ ਕਿਉਂਕਿ ਫਟਾਫਟ ਜਲਦੀ ਦੇ ਵਿੱਚ ਕੁਐਸਚਨ ਹੀ ਲੁੱਟ ਉਤਾਰ ਲੈਂਦੇ ਸੀਗਾ। ਉਹ ਰਕਮ ਦੇ ਹਿਸਾਬ ਨਾਲ ਕੁਐਸਚਨ ਸਹੀ ਹੁੰਦਾ ਸੀਗਾ ਬਟ ਉਹ ਕੁਐਸਚਨ ਪੇਪਰ ਵਿੱਚ ਮਾਈਨਸ ਪਲੱਸ ਦਾ ਕੁਝ ਉਲਟਾ ਸਿੱਧਾ ਸੀ। ਤਾਂ ਹਮੇਸ਼ਾ ਕੁਐਸਚਨ ਦੀ ਰਕਮ ਜਿਹੜੀ ਹੈ ਉਹ ਬੜੀ ਧਿਆਨ ਨਾਲ ਉਤਾਰੋ ਚਾਹੇ ਤੁਸੀਂ ਪੇਪਰ ਕਰੋ ਚਾਹੇ ਫੇਅਰ ਨੋਟਬੁੱਕ ਪਰ ਕੰਮ ਕਰ ਰਹੇ ਹੋ ਠੀਕ ਹੈ। ਮਿਹਨਤ ਦੀ ਤਾਂ ਡਬਲ ਲੱਗ ਜਾਂਦੀ ਹੈ। ਹੁਣ x ਦੀ ਵੈਲਿਊ ਪਾਇਨਾ ਪੁੱਟ ਕਰਾਂਗੇ -1/3 ਇਹਨਾਂ ਆਪਾਂ ਇੱਥੇ ਤੋੜ ਲੈਂਦੇ ਆ ਦੋ ਹਿੱਸਿਆਂ 'ਚ। ਸੋ 3 घबराने की लोड़ नहीं बेटा कि अपॉन दे विच आ गया रूट आ गया कोई चक्कर नहीं आ लो बस सिंपली ये किया हजे वैल्यू पुट की है कोई दिमाग नहीं लाया इज इक्वल्स टू। हुण एक चीज देखो रूट -1 की भी पावर 2 चलेगी रूट 3 की पावर भी 2 चलेगी। वर्गमूल 3 और वर्गमूल 3 जदों गुणा हुंदे ने तां आंसर कितना आ जाएगा 3। रूट 3 मल्टीप्लाइड बाय रूट 3 समझो रूट और रूट एक कैंसिलेशन हो जाती है तब 3 आ जाता है। स्क्वायर बन गया ना 1/2 ਜਿਹੜੀ ਪਾਵਰ ਸੀ ਉਹਦਾ ਕੀ ਹੋ ਗਿਆ ਸਕੁਆयर ਆ 2 और 2 ਕੱਟੇ ਗਏ ਤਾਂ ਆਪਣੇ ਕੋਲ 3 ਆਦਾ। ਅਸਲ ਵਿੱਚ रूट ਨਹੀਂ ਕੱਟੇ ਗਏ ਹੈਗੇ ਪਾਵਰਸ ਕੱਟੀਆਂ ਜਾਂਦੀਆਂ ਨੇ 2 ਦੇ ਨਾਲ। ਸੋ ਇਹ 3 ਆ ਗਿਆ। ਚਲੋ ਹੁਣ ਇਹਨੂੰ ਕਰੋ ਸੋਲਵ ਮਲਟੀਪਲਾਈਡ ਬਾय -1 ਦੀ ਪਾਵਰ even है तो प्लस ही आना है। सो ऊपर ਤਾਂ 1 ही आ गया नीचे ਕੀ बन गया 3। लो कहानी कितनी सिंपल होगी ना और -1 ਦਾ ਸੀਗਾ ਹੀ ਮੇਰੇ ਕੋਲ। ਹੁਣ 3 और 3 ਕੱਟੇ ਗਏ ਤਾਂ 1 - 1 is equals to 0। ਤੁਹਾਡੀ ਨਜ਼ਰ ਹੋਣੀ ਚਾਹੀਦੀ ਨਜ਼ਰ ਮੈਥਸ ਦੇ ਨੰਬਰਸ ਨੂੰ ਪਹਿਚਾਨਣ ਦੀ। ਜਦੋਂ ਉਹ ਨਜ਼ਰ ਆ ਗਈ ਨਾ ਤਾਂ ਤੁਹਾਨੂੰ ਮੈਥਸ ਐ ਸੌਖਾ ਲੱਗਣ ਲੱਗ ਜਾਂਦਾ ਹੈ। ਐਸੇ ਤਰੀਕੇ ਨਾਲ ਆਪਾਂ ਸੈਕੰਡ ਇੱਥੇ ਕਰਦੇ ਹਾਂ। ਸੈਕੰਡ ਵਿੱਚ ਵੀ ਕੀ ਹੈ ਬੇਟਾ x ਇੱਕ ਦੂਸਰਾ ਕੀ ਦੇ ਰੱਖਿਆ 2/√3 ਦੇ ਰੱਖਿਆ। ਇਹਦੇ ਉੱਪਰ ਹੀ ਸੋਲਵ ਕਰਨਾ ਹੈ ਤੁਸੀਂ ਨੋਟ ਕਰ ਹੀ ਲਿਆ ਹੋਣਾ। ਦੁਬਾਰਾ ਕੁਐਸਚਨ ਲਿਖ ਲੈਂਦੇ ਆ 3x² - 1 ठीक है। ਹੁਣ x ਦੀ ਵੈਲਿਊ ਦੇ ਰੱਖਿਆ 2√3। चलो जी पुट कर लिए इज इक्वल्स टू 3 2/√3 नकल ला लो बस आ लो अपन नकल लाने ਨੂੰ लिख लिया जस्ट। ਹੁਣ वही चलाओ दिमाग 3 तो उमें रहेगा लेकिन 2 ਦੀ पावर 2 की बन गई 4 √3 ਦੀ पावर स्क्वायर ने कर दी खत्म। 3 आ गया -1 ये अलग है आ जेड़ा -1 है ये अलग है ਇਹਨੂੰ अलग लिखो थे -1 ठीक है। ਇਹਨੂੰ कर लो सॉल्व। ਹੁਣ ਕੀ ਨਜ਼ਰ ਆ ਰਿਹਾ 4 अलग है -1 अलग है। सो 4 - 1 आंसर कितना आ गया 4 - 1 आंसर कितना आ गया मेरे को 3। दोनों ही केसेस ਦੇ ਵਿੱਚ आंसर 0। एक पहले केस ਵਿੱਚ आंसर 0 आया है और दूसरे केस ਵਿੱਚ आंसर आया है 3 ठीक है। सो ਆਪਾਂ ਕੀ ਕਹਾਂਗੇ बेटा 1 ਇਹ ਤਾਂ यस है ਇਹ ਤਾਂ मेरा यस ही है ठीक है ना आ ਤਾਂ यस है इट इज अ 0 बट एक ही है इट इज नॉट अ 0। नेक्स्ट px = 2x + 1 x ਦੀ ਪਾਵਰ 1/2 ਇੱਥੇ ਪੁੱਟ ਕਰ ਲੈਂਦੇ ਇਹਨੂੰ p 1/2 ਕਿਹਦੇ ਬਰਾਬਰ ਹੋਗੀ 2 × 1/2। ਹੁਣ ਤਾਂ ਤੁਹਾਨੂੰ ਰੱਟੇ ਲੱਗ ਗਏ ਹੋਣੇ ਬੇਟਾ। ਇਹਨੂੰ ਅਲੱਗ ਦੇਖੋ ਇਹ ਅਲੱਗ ਹੈ। ਹੁਣ ਦੇਖੋ ਇਕੱਠੇ ਆ 1 + 1 ਕਿੰਨਾ ਆ ਗਿਆ ਆਨਸਰ 2 ਆ ਗਿਆ। ਬੱਚੇ ਨਾ ਇੱਥੇ ਕੰਫਿਊਜ਼ ਜਾਂਦੇ ਆ ਕਿ ਇਹ 1 ਇਹਦੇ ਨਾਲ ਵੀ ਪਲੱਸ ਹੋ ਰਿਹਾ ਇੱਧਰ ਇਹ ਗੁਣਾ ਹੋ ਰਿਹਾ ਵੀ ਕਰਨਾ ਕੀ ਹੈ ਗੁਣਾ ਪਹਿਲਾਂ ਕਰਨੀ ਹੈ ठीक है ना मल्टीप्लिकेशन पहला करनी है। कैंसिलेशन करो
फिर जो आंसर आया और मल्टीप्लाई कर लिया, ये 1 + 1 आंसर आ गया 2, ये तो नॉट इक्वल टू 0 आया, सो इट इज नॉट अ 0। बट ਇੱਥੇ अगर -1/2 ਹੁੰਦਾ ਤਾਂ ਕਹਾਣੀ -1/2 is 0 ਦੇ ਬਰਾबर ਆਇਆ। -1/2 is a root, 1/2 is not a root। ਬੱਚੇ ਜਲਦੀ ਕਹਿੰਦੇ ਨਾ ਮੈਂ ਲਿਖ ਦਿਆ ਬੋਰਡ ਦੇ ਉੱਪਰ ਐਵੇਂ ਲਿਖਿਆ ਹੁੰਦਾ, ਪੁੱਛਦੇ ਕੀ ਲਿਖਿਆ, ਬੱਚੇ ਕਹਿਣਗੇ 1/2 ਲਿਖਿਆ ਮੈਡਮ। 1/2 ਨਹੀਂ ਹੈ ਬਈ, -1/2 ਹੈ। ਤਾਂ ਨਿਸ਼ਾਨ ਆਪਣੇ ਆਪ ਦੇ ਵਿੱਚ ਨੰਬਰ ਨੂੰ ਹੀ ਬਦਲ ਦਿੰਦਾ ਹੈ, ਟੋਟਲੀ ਬਦਲ ਦਿੰਦਾ, ਉਹਦੀ ਕੋਈ ਵੈਲਿਊ ਹੈ ਉਹ ਚੇਂਜ ਹੋ ਗਈ ਹੈ। ਕਲੀਅਰ ਹੈ ਗੱਲ? ਚਲੋ ਅੱਗੇ ਚੱਲਦੇ ਹਾਂ ਆਪਾਂ। नेक्स्ट आपका क्वेश्चन नंबर 4 वाला चलते हैं बेटे। फाइंड द जीरो ऑफ द पॉलिनोमियल इन ईच ऑफ द फॉलोइंग केसेस। ਹੁਣ ਕੀ ਕਰਨਾ, ਬਹੁਪਦ ਦੀ ਸਿਫਰਾਂ ਨੂੰ ਪਤਾ ਕਰਨਾ। ਹੁਣ ਤੱਕ ਤੁਸੀਂ ਕੀ ਕਰ ਰਹੇ ਸੀਗੇ, ਨੰਬਰਸ ਦੇ ਰੱਖੇ ਸੀਗੇ, ਉਹਨਾਂ ਨੂੰ ਤੁਸੀਂ ਸਿਰਫ ਵੈਰੀਫਾਈ ਕਰ ਰਹੇ ਸੀਗੇ, ਬਟ ਉਹਦੇ ਲਈ ਕੀ ਕੀਤਾ, ਪੁੱਟ ਕੀਤਾ। ਹੁਣ ਆਪਾਂ ਨੰਬਰਸ ਨੂੰ ਫਾਈਂਡ ਆਊਟ ਕਰਨਾ ਹੈ ਵੀ ਕਿਹੜੇ ਉਹ ਨੰਬਰ ਨੇ ਜਿਨ੍ਹਾਂ ਨੂੰ ਭਰਨੇ ਦੇ ਉੱਪਰ ਇਹ ਦਿੱਤੇ ਹੋਏ ਬਹੁਪਦ ਜ਼ੀਰੋ ਹੋ ਜਾਣਗੇ। ਬਹੁਤ ਹੀ ਸਿੰਪਲ ਹੈ ਇਹ ਕੰਮ। ਤੁਸੀਂ 7th ਕਲਾਸ ਦੇ ਵਿੱਚ ਵੀ ਸਿੱਖਿਆ, 8th ਕਲਾਸ ਵਿੱਚ ਵੀ ਸਿੱਖਿਆ, ਉਹ ਸੀਗਾ ਲੀਨੀਅਰ ਇਕੁਏਸ਼ਨ ਨੂੰ ਸੋਲਵ ਕਰਨਾ। ਸਿੰਪਲੀ ਲੀਨੀਅਰ ਇਕੁਏਸ਼ਨਸ ਨੇ ਔਰ ਇਹ ਹੈ ਵੀ ਬਹੁਤ ਹੀ ਸਿੰਪਲ ਤਾਂ ਲੀਨੀਅਰ ਇਕੁਏਸ਼ਨ ਨੂੰ ਸੋਲਵ ਕਰਕੇ ਆਪਣੇ ਕੋਲ ਆਨਸਰ ਆ ਜਾਏਗਾ। ਠੀਕ ਹੈ, ਪਹਿਲਾ ਪਾਰਟ px = x + 5। ਆਪਾਂ ਕੀ ਪਤਾ ਕਰ ਰਹੇ ਹਾਂ, 0 ਪਤਾ ਕਰ ਰਹੇ ਹਾਂ। ਤਾਂ ਤੁਸੀਂ ਸਿੰਪਲੀ ਕੀ ਕਰੋ, ਦਿੱਤੇ ਹੋਏ ਬਹੁਪਦ ਨੂੰ 0 ਦੇ ਬਰਾਬਰ ਕਰ ਦਿਓ। ਹੁਣ ਇੱਕ ਮੇਰੇ ਕੋਲ ਸਰਲ ਸਮੀਕਰਨ ਲੀਨੀਅਰ ਇਕੁਏਸ਼ਨ ਆ ਗਈ ਜਿਹਦੇ ਵਿੱਚ ਮੈਂ x ਦੀ ਵੈਲਿਊ ਫਾਈਂਡ ਆਊਟ ਕਰਨੀ। ਹੁਣ ਕੁਐਸਚਨ 0 ਫਾਈਂਡ ਆਊਟ ਕਰਨੇ ਦਾ ਨਹੀਂ ਹੈਗਾ, x ਫਾਈਂਡ ਆਊਟ ਕਰਨੇ ਦਾ ਬਣ ਗਿਆ। 0 ਦੇ ਬਰਾਬਰ ਤੇ ਮੈਨੂੰ ਰੱਖ ਲਿਆ ਹੈ। ਸੋ ਇੱਥੇ ਬੈਲੈਂਸਿੰਗ ਕਰੋ ਇਕੁਏਸ਼ਨ ਨੂੰ। ਅਗਰ +5 ਇੱਥੇ -5, ਇੱਥੇ ਵੀ ਕੀ ਆ ਗਿਆ -5, ਆ ਕੈਂਸਲ ਹੋ ਗਿਆ। x ਦੀ ਵੈਲਿਊ ਕਿੰਨੀ ਆ ਗਈ ਮੇਰੇ ਕੋਲ -5। ਅਗਰ ਮੈਂ ਇੱਥੇ -5 ਭਰਾਂ ਤਾਂ ਆਨਸਰ ਕਿੰਨਾ ਆ ਰਿਹਾ 0। Therefore, x is equals to -5 is the zero of the given polynomial। ਇੰਨਾ ਹੀ ਸਿੰਪਲ ਸੀਗਾ। ਸੈਕੰਡ ਪਾਰਟ ਦੇਖੋ ਤੁਸੀਂ। ਸੈਕੰਡ ਪਾਰਟ ਕੀ ਕਹਿੰਦਾ ਹੈ, px is equals to x - 5। ਠੀਕ, x - 5 ਨੂੰ ਭਰ ਲਓ 0 ਦੇ ਬਰਾਬਰ। ਠੀਕ ਹੈ, ਅਗੇਨ बैलेंस करो, -5 है तो +5 दोनों पासे ऐड कर दो। तो ਕੀ ਆ ਗਿਆ ਮੇਰੇ ਕੋਲ, x ਦੀ ਵੈਲਿਊ ਕਿੰਨੀ ਆ ਗਈ 5। देख रहे हो, अगर कोई भी और नंबर नाल ਦਿੱਤਾ ਹੋਵੇ ਤਾਂ ਜੇ -5 ਹੈ ਤਾਂ 0 + 5 ਨਿਕਲਦਾ ਹੈ, और ਜੇ +5 ਹੈ ਤਾਂ 0 ਕੀ ਨਿਕਲਦਾ ਹੈ -5। ਨਾਲ ਕੋਈ ਵੀ ਹੋਰ ਨੰਬਰ ਨਹੀਂ ਹੈ, ਸਿੰਪਲ ਇੱਕ x ਹੀ ਲਿਖਿਆ ਹੈ, ਫਿਰ ਨਿਸ਼ਾਨ ਨਾਲ ਹੀ ਪਤਾ ਲੱਗ ਜਾਂਦਾ ਹੈ। ਠੀਕ ਹੈ, ਚਲੋ ਆਪਾਂ ਥਰਡ ਪਾਰਟ ਕਰਦੇ ਹਾਂ ਦਾ 3x - 2। ਥਰਡ ਪਾਰਟ ਨਜ਼ਰ ਨਹੀਂ ਆ ਰਿਹਾ, ਕੋਈ ਨਹੀਂ, ਫੋਰਥ ਪਹਿਲਾਂ ਕਰ ਲਓ, थर्ड बात कर लेते हैं। px 3x - 2 किदे बराबर भर दिए 0 के बराबर, तो 3x - 2 0 के बराबर आ गया। तो 3x सिंपली सीख लो बेटा, +2 दोनों पासे कर दो, इधर भी +2 आ गया, r2 कैंसिल हो गया। तो 3x किदे बराबर आ गया 2 के बराबर। हुण किनू गायब करना है 3 नू, क्योंकि आप x की वैल्यू फाइंड आउट करना चाहते हैं। दोनों पासे 3 नाल डिवाइड कर दो, क्योंकि 3 ਇੱਥੇ ਕਾਦੇ ਸੀਗਾ ਮਲਟੀਪਲੀਕੇਸ਼ਨ ਵਿੱਚ, डिवाइड कर दो, आ खत्म हो गया। x किदे बराबर आ गया 2/3 ਦੇ। सो ये अपना आंसर आ गया। क्लियर है? नेक्स्ट पार्ट देखते हैं दा फिफ्थ पार्ट, px = 3x ਦੇ ਬਰਾबर। 3x ਨੂੰ ਕੀ ਭਰਿਆ ਆਪਾਂ 0 ਭਰਤਿਆ। 3x = 0, दोनों पासे 3 ਨਾਲ ਡਿਵਾਈਡ ਕੀਤਾ। x ਦੀ ਬਰਾबर ਕਿੰਨੀ ਆ, ਕਈ ਮਹਾਨ ਬੱਚੇ 0/3 ਨੂੰ ਕੀ ਲਿਖ ਦਿੰਦੇ ਨੇ 3 ਲਿਖ ਦਿੰਦੇ ਨੇ। 3 नहीं है बेटा, 0 ਨੂੰ ਕਿਸੇ ਵੀ ਨੰਬਰ ਨਾਲ ਡਿਵਾਈਡ ਕਰੋ ਚਾਹੇ ਮਲਟੀਪਲਾਈ ਕਰੋ, ਆਨਸਰ ਕਿੰਨਾ ਆਊਗਾ 0 ਹੀ ਆਊਗਾ। ਸੋ x = 0 ਮੇਰੇ ਕੋਲ 0 ਦੀ ਆ ਗਈ ਹੈ। ਠੀਕ ਹੈ, ਹੁਣ ਇੱਥੇ ਆਪਾਂ ਨੂੰ ਦੋ ਪਾਰਟ ਨਜ਼ਰ ਨਹੀਂ ਆ ਰਹੇ, ਥਰਡ ਤੇ ਫਿਫਥ, ਕੋਈ ਨਾ ਆਪਾਂ ਇੱਧਰ ਫਾਈਂਡ ਆਊਟ ਕਰ ਲਾਂਗੇ। ਇੱਧਰ ਦੇਖ ਲੈਂਦੇ ਆ x तीसरे पार्ट ਲਈ ਕੱਢੀਏ ਤਾਂ px ਹੈਗਾ ਹੈ 2x + 5। 2x + 5, let us put it equal to 0। ਪਹਿਲਾਂ ਬੈਲੈਂਸ ਕਰੋ, +5 ਨੂੰ ਉਡਾ ਦਿਓ -5 ਦੇ ਨਾਲ, ਬੰਬ ਲਾ ਦਿਓ ਇੱਥੇ, ਇੱਥੇ -5 ਆ ਗਿਆ। ਤਾਂ 2x ਕਿਹਦੇ ਬਰਾਬਰ ਆ ਗਿਆ -5 ਦੇ ਨਾਲ। 2 ਡਿਵਾਈਡ ਕਰ ਦਿਓ 2 ਦੇ ਨਾਲ, दोनों पासे डिवाइड हो गया, 2 उड़ गया, -5/2 आंसर। ठीक है, ਤੁਸੀਂ ਸਿੰਪਲੀ ਇਹਨੂੰ ਇੱਥੋਂ ਵੀ ਕੱਢ ਸਕਦੇ ਸੀਗੇ ਕਿ 2x = -5
और x बराबर -5/2। मैं ਤੁਹਾਨੂੰ ਇਹ ਕਿਉਂ ਕਰਵਾ ਰਹੀ ਹਾਂ बेटा, बच्चे बड़े कंफ्यूज ਹੁੰਦੇ ਨੇ ਵੀ ਇਹ ਸਾਈਡ ਕਿਵੇਂ ਬਦਲੀ ਗਈ। ਸਾਈਡ ਨਹੀਂ ਬਦਲੀ ਗਈ, ਆਪਾਂ ਇਕੁਏਸ਼ਨ ਨੂੰ ਬੈਲੈਂਸ ਕੀਤਾ ਹੈ। 5 ਨੂੰ ਖਤਮ ਕਰਨਾ ਸੀਗਾ -5 ਨਾਲ ਖਤਮ ਕਰਤੇ ਆ। 2 ਮਲਟੀਪਲੀਕੇਸ਼ਨ ਵਿੱਚ ਸੀਗਾ 2 ਨਾਲ ਡਿਵਾਈਡ ਕਰਦੇ ਆ। ਤੈਨੂੰ ਕਹਿੰਦੇ ਇਕੁਏਸ਼ਨ ਨੂੰ ਬੈਲੈਂਸ ਕਰਨਾ ਜਸਟ ਲਾਈਕ ਤੁਸੀਂ ਜਦੋਂ ਸਬਜ਼ੀ ਖਰੀਦਣ ਜਾਂਦੇ ਹੋ ਤਾਂ ਜਿੰਨੇ ਬੱਟੇ ਇੱਕ ਪਾਸੇ ਹੁੰਦੇ ਦੂਜੇ ਪਾਸੇ ਉਨੀ ਹੀ ਸਬਜ਼ੀ ਹੁੰਦੀ ਹੈ। ਜੇ ਸਬਜ਼ੀ ਨੂੰ ਮੈਂ ਵਧਾ ਦਵਾਂ ਤਾਂ ਬੱਟੇ ਵੀ ਵਧਾਣੇ ਪੈਂਦੇ, ਇੱਕ ਪਾਸੇ ਸਬਜ਼ੀ ਘਟ ਗਈ ਤਾਂ ਦੂਜੇ ਪਾਸੇ ਬੱਟੇ ਵੀ ਘਟ ਸਕਦੇ। ਤਾਂ ਇਹ ਸਿੰਪਲ ਬੈਲੈਂਸ ਕਰਨਾ ਹੈ ਇਕੁਏਸ਼ਨ ਨੂੰ, ਜੋ प्लस माइनस एक पासे हो रहा है प्लस माइनस दूसरे पासे भी होगा। मुद्दा की है, मुद्दा सिर्फ इको ही है, x ਨੂੰ ਅਖੀਰ ਵਿੱਚ ਕੱਲਾ ਰੱਖਣਾ ਹੈ। ਜੋ x ਦੇ ਨਾਲ ਇਹਨਾਂ ਨੂੰ ਬੰਬ ਲਾ ਕੇ ਉਡਾਈ ਚੁੱਕੋ। ਪਹਿਲਾਂ -5 ਦਾ ਬੰਬ ਲਾਤੇ ਆ, ਫਿਰ ਆਪਾਂ 2 ਨਾਲ ਡਿवीजन ਦਾ ਬੰਬ ਲਗਾਤੇ ਆ। ਸੋ x -5/2 ਆ ਗਿਆ। ਇਟ ਇਜ਼ ਸੋ ਸਿੰਪਲ। ਠੀਕ ਹੈ, ਹੁਣ ਆਪਣਾ 6th ਪਾर्ट ਵੀ ਰਹਿ ਗਿਆ ਸੀਗਾ, ਉਹ ਵੀ ਕਰ ਲੈਂਦੇ ਆਪਾਂ। 6th ਪਾर्ट ਹੈ ਮੇਰੇ ਕੋਲ px is equals to ax। वो कहना a 0 ਦੇ ਬਰਾਬਰ ਨਹੀਂ ਹੈਗਾ, a 0 ਹੋ ਗਿਆ ਫਿਰ ਤਾਂ ਕੁਐਸਚਨ ਹੀ ਖਤਮ ਹੋ ਗਿਆ ਨਾ, 0 ਹੀ ਆ ਗਿਆ। ਤਾਂ ax ਨੂੰ ਕਰਤੇ ਆਪਾਂ 0 ਦੇ ਬਰਾਬਰ, ਤਾਂ ਅਗੇਨ a ਦੇ ਨਾਲ ਕਰ ਦੋ ਡਿਵਾਈਡ, ਤਾਂ x ਕੀ ਦੇ ਬਰਾਬਰ ਆ ਗਿਆ ਮੇਰੇ ਕੋਲ 0 ਦੇ ਬਰਾਬਰ। ਇਸ ਇਕੁਏਸ਼ਨ ਦੀ 0 ਕਿੰਨੀ ਹੈ, x ਬਰਾਬਰ 0। ਠੀਕ ਹੈ, ਇੱਕ ਪਾर्ट ਰਹਿ ਗਿਆ, ਉਹ ਹੈਗਾ ਹੈ 7th पार्ट px ਇਹਦੇ ਬਰਾਬਰ ਹੈ बेटा cx plus d, ਜਿੱਥੇ ਕਿ c 0 ਨਹੀਂ ਹੈ। ਇਹ ਕਿਉਂ ਲਿਖ ਰਿਹਾ बेटा c not equal to 0, a not equal to 0, ਕਿਉਂਕਿ ਇਹ x ਦੇ ਕੋਐਫੀਸ਼ੀਐਂਟਸ ਨੇ। x ਦੇ ਕੋਐਫੀਸ਼ੀਐਂਟ ਨੂੰ ਹੀ 0 ਮੰਨ ਲਿਆ ਆਪਾਂ, 0 ਹੀ ਆ ਗਿਆ ਉਹ, ਤਾਂ ਫਿਰ ਉਹ ਰਹਿ ਕਿੱਥੇ ਗਈ, ਇਕੁਏਸ਼ਨ ਕਿੱਥੇ ਰਹਿ ਗਈ, x ਤਾਂ ਹੈ ਹੀ ਨਹੀਂ ਉਹਦੇ ਵਿੱਚ, ਇੱਥੇ ਕੱਲਾ d ਰਹਿ ਗਿਆ, ਇੱਥੇ ਪਹਿਲਾਂ ਹੀ 0 ਬਣ ਗਈ। ਇਸ ਲਈ ਜਿਹੜੀ ਵੀ ਲੀਨੀਅਰ ਇਕੁਏਸ਼ਨ ਤੁਸੀਂ ਜਨਰਲ ਫਾਰਮ ਲਿਖੋਗੇ, ਲੀਨੀਅਰ ਇਕੁਏਸ਼ਨ ਹੈ ਤਾਂ ਉਹਦੇ ਮੂਰੇ ਜਿਹੜਾ ਵੇਰੀਏਬਲ ਹੈ ਉਹ ਨਾਟ ਇਕੁਅਲ ਟੂ 0 ਹੋਣਾ ਚਾਹੀਦਾ। ਕੁਆਡ੍ਰਿਕ x² ਲਿਖਤੀ, x² ਦੇ ਮੂਰੇ ਜਿਹੜਾ a ਲਿਖਿਆ ਹੋਇਆ ਹੈ ਉਹ 0 ਨਾ ਹੋਵੇ, ਅਦਰਵਾਈਜ਼ ਉਹ ਕੁਆਡ੍ਰਿਕ ਨਹੀਂ ਰਹੇਗੀ। ਤਾਂ ਇਹ ਸਿੰਪਲ ਮੈਥਸ ਹੈ। ਚਲੋ cx plus d equal to 0 ਲਵਾਂਗੇ ਆਪਾਂ, ਬਰਾਬਰ ਲੈ ਲਿਆ 0 ਦੇ। ਪਹਿਲਾਂ ਆਪਾਂ d ਨੂੰ ਉਡਾਓ -d, ਇੱਧਰ ਵੀ -d ਆ ਗਿਆ, d ਖਤਮ ਹੋ ਗਿਆ, cx ਬਰਾਬਰ -d। ਹੁਣ ਆਪਾਂ c ਨੂੰ ਉਡਾ ਦੋ, ਆ ਲੋ ਜੀ c ਉੜ ਗਿਆ, x ਬਰਾਬਰ -d upon c ਆ ਗਿਆ, x ਬਰਾਬਰ -d upon c ਮੇਰੇ ਕੋਲ ਆंसर ਆ ਗਿਆ। ਸੋ ਇਹ ਸੀ ਮੇਰੇ ਕੋਲ ਐਕਸਰਸਾਈਜ਼ 2.2। ਇਹ ਖਤਮ ਹੋਏਗੀ, ਫਿਰ ਨੈਕਸਟ ਆਪਾਂ ਲੈਕਚਰ ਵਿੱਚ ਕਰਾਂਗੇ ਬੇਟੇ ਰਿਮਾਈਂਡਰ ਥਿਓਰਮ, ਫੈਕਟਰ ਥਿਓਰਮ। ਇਹ ਬਹੁਤ ਹੀ ਇੰਪੋਰਟੈਂਟ ਥਿਓਰਮਸ ਨੇ, ਇਹਨਾਂ ਦੇ ਕਨਸੈਪਟ ਵੀ ਅੱਗੇ ਕੰਪੀਟੀਸ਼ਨ ਲੈਵਲ ਤੇ ਵੀ ਆਉਂਦੇ ਨੇ, ਆਪਾਂ ਕੁਐਸਚਨਸ ਦੇ ਵਿੱਚ ਯੂਜ਼ ਵੀ ਕਰਨੇ ਨੇ। ਇਹ ਲੈਕਚਰਸ ਨੂੰ ਪੱਕੇ ਕਰ ਲਓ, ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ।